ਵੈਸੇ ਤਾਂ ਬਚਪਨ ਤੋਂ ਹੀ ਮੈਂ ਸਕੈਚਿੰਗ ਕਰਦਾ ਹੁੰਦਾ ਸੀ ਤਾਂ ਮੈਨੂੰ ਕੁਝ ਲੱਗਦਾ ਸੀ ਕਿ ਆਈ ਵਾਂਟ ਟੂ ਡੂ ਸਮਥਿੰਗ। ਲੇਕਿਨ ਬਾਅਦ ਦੇ ਵਿੱਚ ਮੈਨੂੰ ਇਹ ਫੀਲ ਹੋਇਆ ਕਿ ਯਾਰ ਵਾਟ ਯੂ ਵਾਂਟ ਟੂ ਡੂ, ਕਿ ਮੈਂ ਕੀ ਕਰਨਾ ਹੈ। ਤਾਂ ਇੱਕ ਚੀਜ਼ ਤਾਂ ਕਲੀਅਰ, ਵੈਰੀ ਕਲੀਅਰ, ਆਈ ਡੋਂਟ ਨੋ, ਇੱਕ ਆਈਡੀਆ ਮੇਰੇ ਵਿੱਚ ਆਇਆ ਕਿ ਯਾਰ ਮੈਂ ਉਹ ਕਰਨਾ ਚਾਹੁੰਦਾ। ਜੋ ਮੈਂ ਦੇਖਦਾ ਕਿ ਜਿਹੜੀ ਕਾਇਨਾਤ ਹੈ ਸਾਰੀ ਦੀ ਸਾਰੀ, ਉਹ ਕਾਇਨਾਤ ਹੀ ਆਰਟਿਸਟ ਹੈ ਔਰ ਵੀ ਆਰ ਪਾਰਟ ਆਫ ਦਿਸ ਐਗजिस्टेंस। तो व्हाट आई फील कि एवरीबॉडी इज़ एन आर्टिस्ट और एवरीबॉडी इज़ यूनिक। अगर कोई अपने अंदर झाती मारेगा कोई भी तो उन्होंने एक आर्टिस्ट मिलेगा। और कई बार बैठे बैठे होंगे या बैठे बैठे आइडिया आ जाता है कि एक विचार आ गया, कुछ लाइनां आ गई तो उसनों उवें ही ढाल दिता जाता। कोशिश करदा उसनों एक्सप्रैस करन दी। ਇਹਨਾਂ ਦੇ ਵਿੱਚੋਂ ਤੁਹਾਡਾ ਮੋਸਟ ਫੇਵਰਿਟ ਆਰਟ ਪੀਸ ਕਿਹੜਾ ਹੈ ਔਰ ਤੁਸੀਂ ਉਹ ਕਦੋਂ ਬਣਾਇਆ ਸੀ? नहीं ये नहीं, कुछ भी नहीं है इस तरह का फेवरेबल। ऑल आर यू नो आई एम इन द ਜਿਸ ਨੂੰ ਮੈਂ ਬਣਾ ਰਿਹਾ ਹੁੰਨਾ, ਜਿਵੇਂ ਹੁਣ ਮੇਰੇ ਟੇਬਲ ਤੇ ਜਿਹੜਾ ਕੰਮ ਮੈਂ ਕਰਦਾ ਪਿਆ, ਫॉर ਮੀ ਦਿਸ ਇਜ਼ ਦ ਬੈਸਟ। ਜਿਵੇਂ ਸਿੱਖੀਜ਼ਮ ਦੇ ਵਿੱਚ ਆਪਣੀ ਗੱਲ ਕਰਦੇ ਆ, ਨਾਨਕ ਜੀ ਗੱਲ ਕਰਦੇ ਆ ਵੀ ਧੁਰ ਦੀ ਬਾਣੀ, ਜਾਂ ਹਰ ਇੱਕ ਰਿਲੀਜਨ ਹੀ ਗੱਲ ਕਰਦਾ ਵੀ ਧੁਰ ਦੀ ਗੱਲ ਕਰਦਾ। ਇਹਦੇ ਵਿੱਚ ਨਾ ਮੈਨੂੰ ਵੀ ਫੀਲਿੰਗ ਆਈ ਕਿ ਨਾ ਧੁਰ ਤੋਂ ਕੋਈ ਬਾਣੀ ਉਤਰ ਰਹੀ ਹੈ ਧੁਰ ਤੋਂ। ਔਰ ਇਹ ਜਿਹੜੇ ਮਤਲਬ ਸੋ ਕਾਲ ਜਿਹੜੇ ਅੱਖਰ ਹੈਗੇ ਆ ਜਾਂ ਜਿਹੜੀ ਇਬਾਰਤ ਹੈ, ਇਹ ਵੀ ਕਾਂਟ ਰੀਡ ਇਟ ਬਟ ਵੀ ਕੈਨ ਫੀਲ ਇਟ ਕਿ ਕੋਈ ਬਾਣੀ ਹੈ ਉੱਪਰੋਂ ਮਤਲਬ ਚੱਲ ਰਹੀ ਹੈ। ਤਾਂ ਉਹ ਅਨਰੀਡੇਬਲ ਹੈ, ਉਹ ਪੜ੍ਹੀ ਨਹੀਂ ਜਾ ਸਕਦੀ, ਬਟ ਯੂ ਕੈਨ ਫੀਲ ਇਟ। ਹਰ ਇੱਕ ਬੰਦਾ ਜਿਹੜੀ ਮਰਜ਼ੀ ਸਟੇਜ 'ਤੇ ਹੈ ਉਹ ਆਪਣੀ ਯਾਤਰਾ ਦੇ ਵਿੱਚ ਹੀ ਹੈ। ਕੋਈ ਕਿਸ ਸਟੇਜ ਦੇ ਉੱਤੇ ਆਪਣੀ ਯਾਤਰਾ ਕਰ ਰਿਹਾ, ਕੋਈ ਕਿਸ ਸਟੇਜ ਦੇ ਉੱਤੇ ਕਰ ਰਿਹਾ। ਲੇਕਿਨ I feel that everybody is in search of something, and if you talk with anybody you can feel it. Some people say but some don't, they all feel that something is missing. कोई बंदा करोड़ां रुपया भी कमा लैंदा है, मशहूर भी हो जाता है या कैरियर भी बना लैंदा है, बट उन्होंने भी एक फीलिंग हमेशा आती रहती है, यार something is missing। ਪੰਜਾਬ ਦੇ ਮਾਲਵੇ ਦਾ ਸ਼ਹਿਰ ਮੁਕਤਸਰ, ਜੋ ਕਿ ਇੱਕ ਇਤਿਹਾਸਿਕ ਧਰਤੀ ਹੈ ਅਤੇ ਇਸ ਇਤਿਹਾਸਿਕ ਧਰਤੀ ਦੇ ਉੱਪਰ ਕਈ ਮਹਾਨ ਸ਼ਖਸੀਅਤਾਂ ਦਾ ਜਨਮ ਹੋਇਆ ਹੈ। ਭਾਵੇਂ ਉਹਨਾਂ ਨੇ ਸਿਆਸਤ ਦੇ ਗਲਿਆਰਾਂ ਦੇ ਵਿੱਚ ਆਪਣਾ ਨਾਮ ਜਿਹੜਾ ਹੈਗਾ ਉਹ ਬਹੁਤ ਉੱਚਾ ਕੀਤਾ ਹੋਵੇ, ਜਾਂ ਫਿਰ ਆਰਟ ਦੀ ਅਸੀਂ ਗੱਲ ਕਰ ਲਈਏ ਤਾਂ ਇੱਥੋਂ ਦੇ ਇੱਕ ਆਰਟਿਸਟ ਦੇ ਅੱਜ ਤੁਹਾਨੂੰ ਅਸੀਂ ਰੂਬਰੂ ਕਰਾਵਾਂਗੇ ਸ਼੍ਰੀਮਾਨ ਸੁਰੀਲ ਕੁਮਾਰ ਜੀ ਦੇ ਨਾਲ। ਉਹਨਾਂ ਦੀ ਆਰਟ ਗੈਲਰੀ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ। ਇਸ ਵੇਲੇ ਗਿੱਦੜਬਾਹਾ ਵਿਖੇ ਮੌਜੂਦ ਹਾਂ ਮੈਂ। ਗਿੱਦੜਬਾਹਾ ਛੋਟਾ ਜਿਹਾ ਕਸਬਾ ਹੈ, ਸਿਆਸੀ ਹਲਚਲ ਇੱਥੇ ਬੜੀ ਰਹਿੰਦੀ ਹੈ। ਮੈਂ ਕਹਿ ਸਕਦੀ ਹਾਂ ਕਿ ਪੰਜਾਬ ਦਾ ਇੱਕ ਮਿਡ ਸੈਂਟਰ ਹੈਗਾ, ਮਿਡ ਦੇ ਵਿੱਚ ਪੈਂਦਾ ਹੈ, ਸੈਂਟਰ ਪੁਆਇੰਟ ਹੈ। ਔਰ ਇੱਥੋਂ ਜਦੋਂ ਸਿਆਸਤ ਉੱਠਦੀ ਹੈ, ਸਿਆਸਤ ਦੀ ਧੂੜ ਉੱਠਦੀ ਹੈ ਤਾਂ ਉਹ ਪੂਰੇ ਪੰਜਾਬ ਦੇ ਵਿੱਚ ਖਲਬਲੀ ਮਚਾ ਦਿੰਦੀ ਹੈ। ਪਰ ਅੱਜ ਜਿਸ ਏਰੀਏ ਦੇ ਵਿੱਚ ਮੈਂ ਇਸ ਵੇਲੇ ਖੜੀ ਹਾਂ, ਮੇਰੇ ਆਲੇ ਦੁਆਲੇ ਆਰਟ ਪੀਸਿਸ ਨੇ। ਜਦੋਂ ਮੈਂ ਇਸ ਆਰਟ ਗੈਲਰੀ ਦੇ ਵਿੱਚ ਐਂਟਰ ਕੀਤਾ ਤਾਂ ਇੱਕਦਮ ਸ਼ਾਂਤੀ ਦੇ ਨਾਲ ਮੇਰਾ ਦਿਲ, ਦਿਮਾਗ, ਮੇਰਾ ਮਨ ਭਰ ਗਿਆ। ਔਰ ਇਸ ਆਰਟ ਗੈਲਰੀ ਨੂੰ ਬਣਾਉਣ ਵਾਲੇ ਸੁਰੀਲ ਕੁਮਾਰ ਜੀ ਸਾਡੇ ਨਾਲ ਮੌਜੂਦ ਨੇ। ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ। ਸਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਵੈਲਕਮ ਜੀ, ਵੈਲਕਮ। ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਸਰ। ਇੱਕ ਆਰਟਿਸਟ ਦਾ ਜਿਹੜਾ ਇੱਕ ਪਲ ਹੁੰਦਾ ਨਾ, ਉਹ ਬਹੁਤ ਪ੍ਰੈਸ਼ੀਅਸ ਹੁੰਦਾ, ਆਈ ਅੰਡਰਸਟੈਂਡ ਦੈਟ। ਅਤੇ ਤੁਸੀਂ ਸਾਡੀ ਆਡੀਅנס ਦੇ ਰੂਬਰੂ ਹੋ ਰਹੇ ਹੋ। ਔਰ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਗਿੱਦੜਬਾਹਾ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਸਿਰਫ ਸਿਆਸੀ ਹੀ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ, ਤਾਂ ਉੱਥੇ ਇੱਕ ਇੰਨੇ
ਮਹਾਨ ਆਰਟਿਸਟ ਬੈਠੇ ਨੇ ਜਿਨ੍ਹਾਂ ਨੇ ਲੱਕੜ ਦੇ ਵਿੱਚ ਲੱਕੜ ਨੂੰ ਬੋਲਣ ਲਗਾ ਦਿੱਤਾ। ਸੋ ਬੇਸਿਕਲੀ ਜਿਹੜੀ ਲੱਕੜ ਹੈ, ਜਦੋਂ ਅਸੀਂ ਪੇੜਾਂ ਤੇ ਦੇਖਦੇ ਹਾਂ ਤਾਂ ਕੋਈ ਇਮੈਜਿਨ ਨਹੀਂ ਕਰ ਸਕਦਾ ਵੀ ਵੁਡਨ ਫਰਨੀਚਰ ਤੋਂ ਇਲਾਵਾ ਇੰਨੇ ਸੋਹਣੇ ਸੋਹਣੇ ਆਰਟ ਪੀਸਿਸ ਵੀ ਉਹਦੇ ਤੋਂ ਬਣ ਸਕਦੇ ਨੇ, ਔਰ ਉਸਨੂੰ ਬਣਾਉਣ ਵਾਲੇ ਜਿਹੜੇ ਸ਼ਖਸ ਨੇ ਉਹ ਗਿੱਦੜਬਾਹਾ ਦੇ ਵਿੱਚ ਸਾਨੂੰ ਮਿਲਣਗੇ। ਹਾਂਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਗੱਲ ਕੀਤੀ ਵੁੱਡ ਦੀ, ਤਾਂ ਜੋ ਮੈਂ ਦੇਖਦਾ ਕਿ ਜਿਹੜੀ ਕਾਇਨਾਤ ਹੈ ਸਾਰੀ ਦੀ ਸਾਰੀ, ਉਹ ਕਾਇਨਾਤ ਹੀ ਆਰਟਿਸਟ ਹੈ, ਔਰ ਵੀ ਆਰ ਪਾਰਟ ਆਫ ਦਿਸ ਐਗजिस्टेंस। तो what I feel कि everybody is an artist or everybody is unique. So what I think is अगर कोई अपने अंदर झाती मारेगा कोई भी तो उन्होंने एक आर्टिस्ट मिलेगा। और मैनू ਲੱਕੜ ज़्यादा पसंद है, ਲੱਕੜ ਨਾਲ काम करना, क्योंकि ये आपदे आप दे विच ਲੱਕੜ ਦਾ एक ग्रेन है, एक कुदरत वन्नियों ही एक कलाकृति ऑलरेडी बनी हुई है ਲੱਕੜ ਦੇ ਵਿੱਚ। और जो मैं उसके थ्रू कुछ कहना चाहना वो भी आइडिया ही मैंने कुदरत वन्नियों आया। तो आई कैन से इट्स लाइक ए टैंगो विद वुड। ਦੈਟਸ ਰਾਈਟ ਸਰ। ਤੁਹਾਡੇ ਆਰਟ ਪੀਸਿਸ ਦੀ ਗੱਲ ਕਰਾਂਗੇ ਅਸੀਂ, ਹਰੇਕ ਇੱਕ ਆਰਟ ਪੀਸ ਦੀ ਇੱਕ ਵੱਖਰੀ ਸਪੈਸ਼ਲਿਟੀ ਹੈ ਔਰ ਇੱਕ ਸਟੋਰੀ ਹੈ। ਪਰ ਉਸ ਤੋਂ ਪਹਿਲਾਂ ਮੈਂ ਚਾਹੂੰਗੀ ਕਿ ਇਸ ਨੂੰ ਬਣਾਉਣ ਵਾਲੇ ਜਿਹੜੇ ਸ਼ਖਸ ਨੇ ਉਹਨਾਂ ਬਾਰੇ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਪਤਾ ਲੱਗੇ ਕਿ ਸੁਰੀਲ ਕੁਮਾਰ ਜੀ ਕੀ ਉਹ ਬੌਰਨ ਆਰਟਿਸਟ ਸੀ ਜਾਂ ਫਿਰ ਬਾਅਦ ਦੇ ਵਿੱਚ ਕਿਤੇ ਆਰਟ ਨੇ ਉਹਨਾਂ ਨੂੰ ਅਡਾਪਟ ਕੀਤਾ ਜਾਂ ਉਹਨਾਂ ਨੇ ਆਰਟ ਨੂੰ ਅਡਾਪਟ ਕੀਤਾ, ਕੀ ਸਾਰਾ ਸਬੱਬ ਬਣਿਆ ਇਹ? ਮੇਰਾ ਜਨਮ ਮੁਕਤਸਰ ਦੇ ਵਿੱਚ ਹੋਇਆ ਜੀ, ਔਰ ਮੇਰੀ ਐਜੂਕੇਸ਼ਨ ਜਿਹੜੀ ਸੀਗੀ ਉਹ ਪ੍ਰਾਇਮਰੀ ਮੁਕਤਸਰ ਦੇ ਵਿੱਚ ਸੀ, ਉਸ ਤੋਂ ਬਾਅਦ ਗਿੱਦੜਬਾਹਾ ਤੋਂ ਹੋਈ ਜੀ, ਫਿਰ ਕਾਲਜ ਟਾਈਮ ਅਬੋਹਰ ਤੋਂ ਹੋਈ। ਔਰ ਕਾਫੀ ਜ਼ਿੰਦਗੀ ਦੇ ਵਿੱਚ ਪਹਿਲਾਂ ਬੈਂਕ ਦੀ ਜੌਬ ਕੀਤੀ, ਫਿਰ ਮੈਂ 98 ਦੇ ਵਿੱਚ ਵਿਆਨਾ ਚਲਾ ਗਿਆ ਆਸਟਰੀਆ, ਤਾਂ ਉੱਥੇ ਵੀ ਕਾਫੀ ਜੌਬਸ ਕੀਤੀਆਂ, ਵੈਬ ਡਿਵੈਲਪਰ ਜਾਂ ਹੋਰ, ਈਵਨ ਕਿ ਡਿਸ਼ ਵਾਸ਼ਿੰਗ ਵੀ ਕੀਤੀ। ਔਰ 2014 ਤੋਂ ਮਤਲਬ ਫਿਰ ਮੈਂ ਆਰਟ ਆਪਣਾ ਸ਼ੁਰੂ ਕੀਤਾ, ਆਰਟ ਦਾ ਸਫ਼ਰ। ਤਾਂ ਹੁਣ ਮੈਂ ਕੁਛ ਟਾਈਮ ਵਿਆਨਾ ਹੁੰਨਾ, ਕੁਛ ਟਾਈਮ ਇੱਥੇ ਹੁੰਨਾ, ਅਤੇ ਇਸ ਤਰ੍ਹਾਂ ਚੱਲ ਰਿਹਾ ਜੀ। ਸੋ ਤੁਹਾਡੀ ਜਿਹੜੀ ਇੱਕ ਵਰਕਸ਼ਾਪ ਹੈ ਗਿੱਦੜਬਾਹਾ ਤੋਂ ਇਲਾਵਾ ਆਸਟਰੀਆ ਦੇ ਵਿੱਚ ਵੀ ਹੈ? ਹਾਂਜੀ ਹਾਂਜੀ, ਕੁਛ ਮੇਰੇ ਮਤਲਬ ਕਾਫੀ ਨਾਓ ਆਈ ਥਿੰਕ 45 ਅਪਰੋਕਸੀਮੇਟਲੀ ਆਰਟ ਵਰਕਸ ਆਰ ਦੇਅਰ, ਕਿਉਂਕਿ ਜਦੋਂ ਉੱਥੇ ਵੀ ਕੋਈ ਐਗਜ਼ੀਬਿਸ਼ਨ ਲੱਗਦੀ ਹੈ ਤਾਂ ਫਿਰ ਮੈਨੂੰ ਈਜ਼ੀ ਹੋ ਜਾਂਦਾ ਹੈ। ਕੁਛ ਉੱਥੇ ਫਿਰ ਐਗਜ਼ੀਬਿਸ਼ਨ ਲੱਗਦੀ ਹੈ, ਸੇਲ ਹੋ ਜਾਂਦੀ ਹੈ। ਕੁਛ ਇੱਥੇ ਇਸ ਟਾਈਮ ਇੱਕ ਐਗਜ਼ੀਬਿਸ਼ਨ ਲੁਧਿਆਣਾ ਚੱਲ ਰਹੀ ਹੈ, ਇੱਕ ਚੰਡੀਗੜ੍ਹ ਦੇ ਵਿੱਚ ਹੈ, ਅਤੇ ਇਸ ਤਰ੍ਹਾਂ ਚੱਲ ਰਿਹਾ ਜੀ। ਹਾਂਜੀ। ਅੱਛਾ, ਤੁਸੀਂ ਦੱਸ ਰਹੇ ਸੀਗੇ ਕਿ ਜਿਸ ਤਰ੍ਹਾਂ ਅਸੀਂ ਆਰਟਿਸਟ ਦੇਖਦੇ ਹਾਂ ਨਾ, ਉਹ ਪੇਂਟਿੰਗਸ ਕਰਦੇ ਹੈ ਜਾਂ ਕੁਝ ਸਕਲਪਚਰਸ ਬਣਾਉਂਦੇ ਨੇ, ਤੁਸੀਂ ਜਿਹੜੀ ਲੱਕੜ ਹੈ ਉਸ ਦੇ ਬਲੌਕਸ ਨੂੰ ਜੋੜ ਕੇ ਆਰਟ ਪੀਸਿਸ ਬਣਾਏ ਹੋਏ ਨੇ, ਅਤੇ ਤੁਸੀਂ ਕਦੋਂ ਸੋਚਿਆ ਕਿ ਜਿਹੜੇ ਲੱਕੜ ਹੈ ਉਸ ਨੂੰ ਤੁਸੀਂ ਇੱਕ ਸਕਲਪਚਰ ਦੇ ਵਿੱਚ ਮੋਲਡ ਕਰਨਾ ਹੈਗਾ ਜਾਂ ਇੱਕ ਆਰਟ ਪੀਸ ਦੇ ਵਿੱਚ ਮੋਲਡ ਕਰਨਾ ਹੈਗਾ? ਇਹ ਇਸ ਤਰ੍ਹਾਂ ਜੀ ਕਿ ਵੈਸੇ ਤਾਂ ਬਚਪਨ ਤੋਂ ਹੀ ਮੈਂ ਸਕੈਚਿੰਗ ਕਰਦਾ ਹੁੰਦਾ ਸੀ, ਤਾਂ ਮੈਨੂੰ ਕੁਛ ਲੱਗਦਾ ਸੀ ਕਿ ਆਈ ਵਾਂਟ ਟੂ ਡੂ ਸਮਥਿੰਗ। ਲੇਕਿਨ ਬਾਅਦ ਦੇ ਵਿੱਚ ਮੈਨੂੰ ਇਹ ਫੀਲ ਹੋਇਆ ਕਿ ਯਾਰ ਵਾਟ ਯੂ ਵਾਂਟ ਟੂ ਡੂ, ਕਿ ਮੈਂ ਕੀ ਕਰਨਾ ਹੈ। ਤਾਂ ਇੱਕ ਚੀਜ਼ ਤਾਂ ਕਲੀਅਰ, ਵੈਰੀ ਕਲੀਅਰ, ਆਈ ਡੋਂਟ ਨੋ, ਇੱਕ ਆਈਡੀਆ ਮੇਰੇ ਵਿੱਚ ਆਇਆ ਕਿ ਯਾਰ ਮੈਂ ਉਹ ਕਰਨਾ ਚਾਹੁੰਦਾ, ਬਿਕੋਜ਼ ਆਈ ਐਮ ਹੈਵਿੰਗ ਏ ਵੈਰੀ ਸਟਰੋਂਗ ਫੀਲਿੰਗ ਦੈਟ ਐਵਰੀਬੋਡੀ ਇਜ਼ ਯੂਨੀਕ। ਔਰ ਕੁਦਰਤ ਹਰ ਇੱਕ ਦੇ ਵਿੱਚੋਂ ਕੁਛ ਨਾ ਕੁਛ ਕਹਿਣਾ ਚਾਹੁੰਦੀ ਹੈ। ਤਾਂ ਮੈਂ ਇਹ ਸੋਚ ਰਿਹਾ ਸੀ ਕਿ ਕੁਦਰਤ ਮੇਰੇ ਥਰੂ ਕੀ ਕਹਿਣਾ ਚਾਹੁੰਦੀ ਹੈ, ਜੋ ਕਿ ਹੋਰ ਕੋਈ ਨਹੀਂ ਕਹਿ ਰਿਹਾ। ਦੈਨ ਆਈ ਵੇਟਡ, ਫਿਰ ਆਈਡੀਆਜ਼ ਮਤਲਬ ਆਉਣੇ ਸ਼ੁਰੂ ਹੋਏ ਕਿ ਵੁੱਡ ਨੂੰ ਇਸ ਤਰ੍ਹਾਂ ਕਰੋ, ਵੁੱਡ ਨੂੰ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ। ਦੇ ਆਰ, ਇਫ ਆਲ ਦਾ ਆਰਟ ਵਰਕਸ, ਦੇ ਆਰ ਨੋਟ ਮਾਈ ਆਈਡੀਆਜ਼ ਐਟ ਆਲ। these ideas came to me, I don't know from where। ਕੁਦਰਤ ਵੱਲੋਂ ਹੀ ਇਹ ਆਈਡੀਆਜ਼ ਕਈ ਵਾਰੀ ਤਾਂ ਸੁਪਨੇ ਦੇ ਵਿੱਚ ਪੂਰੇ ਦੇ ਪੂਰਾ ਫਲੈਸ਼ ਹੀ ਆ ਜਾਂਦਾ ਡਿਜ਼ਾਈਨ ਦਾ ਵੀ, ਔਰ ਕਈ ਵਾਰੀ ਬੈਠੇ ਬੈਠੇ ਹੁੰਦੇ ਆ ਜਾਂ ਬੈਠੇ ਬੈਠੇ ਆਈਡੀਆ ਆ ਜਾਂਦਾ ਕਿ ਇੱਕ ਵਿਚਾਰ ਆ ਗਿਆ, ਕੁਛ ਲਾਈਨਾਂ ਆ ਗਈਆਂ, ਤਾਂ ਉਸ ਨੂੰ ਉਵੇਂ ਢਾਲ ਦਿੱਤਾ ਜਾਂਦਾ। ਕੋਸ਼ਿਸ਼ ਕਰਦਾ ਉਸ ਨੂੰ ਐਕਸਪ੍ਰੈਸ ਕਰਨ ਦੀ,
ਤੋ ਇਸੇ ਕਰਕੇ ਹੀ ਜਿਹੜਾ ਕੋਈ ਵੀ ਇੱਕ ਆਰਟ ਵਰਕ ਹਰ ਇੱਕ ਮੇਰਾ ਤੁਹਾਨੂੰ ਯੂਨੀਕ ਲੱਗੇਗਾ ਔਰ ਤੁਹਾਨੂੰ ਇਹ ਵੀ ਮਹਿਸੂਸ ਹੋਏਗਾ ਕਿ ਕੋਈ ਇਸ ਤਰ੍ਹਾਂ ਦਾ ਕੋਈ ਹੋਰ ਨਹੀਂ ਕਰ ਰਿਹਾ ਕਿਉਂਕਿ ਜਿਵੇਂ ਪੇਂਟਿੰਗਸ ਜਾਂ ਸਕਲਪਚਰਿੰਗ ਦੇ ਵਿੱਚ ਹੈ ਯੂ ਕੈਨ ਸੀ ਸਮ ਕਾਈਂਡ ਆਫ ਸਿਮਿਲੈਰਿਟੀ ਬਟ what I am doing is, and I'm not a educated artist. In arts, you can say so-called I'm illiterate. No Bachelor of Arts, nothing. I'm self-taught. और everything बस कुदरत दी ਮਿਹਰਬਾਨੀ ਹੈ। ਔਰ ਇਹ ਜਿਹੇ ਬੰਦੇ ਇੰਸਟੀਟਿਊਸ਼ਨ ਹੁੰਦੇ ਨੇ, ਇਹ ਜਿਹੇ ਬੰਦੇ ਯੂਨੀਵਰਸਿਟੀਜ਼ ਬਣ ਜਾਂਦੇ ਆ। ਇਹ ਤਾਂ ਹੁਣ ਨਹੀਂ ਕਹਿ ਸਕਦੇ ਜੀ ਬਟ ਆਈ ਐਮ ਇੰਜੋਇੰਗ ਇਟ। ਹਾਂਜੀ ਵੀ ਆਰ ਟੂ ਡੈਫੀਨੇਟਲੀ। ਅੱਛਾ ਸਰ, ਤੁਸੀਂ ਕਿਸ ਨੂੰ ਫੋਲੋ ਕਰਦੇ ਹੋ? ਕਿਉਂਕਿ ਮੈਂ ਦੇਖ ਰਹੀ ਹਾਂ ਤੁਹਾਡੇ ਜਿਹੜੀ ਆਰਟ ਪੀਸਿਸ ਹੈ ਨਾ, ਦੇ ਆਰ ਵੈਰੀ ਇਹ ਸਾਇਲੈਂਟਲੀ ਤੁਹਾਨੂੰ ਬਹੁਤ ਪੀਸ ਪ੍ਰੋਵਾਈਡ ਕਰਦੇ ਆ। ਤੁਹਾਡਾ ਇੱਕ ਆਰਟ ਸਾਇਲੈਂਟਲੀ ਬਹੁਤ ਕੁਝ ਬਿਆਨ ਕਰ ਰਿਹਾ ਹੈ। ਇਸ ਤਰ੍ਹਾਂ ਮੈਮ ਕਿ ਬੇਸਿਕਲੀ ਕਿ ਮੈਂ ਆਪਦੀ ਖੋਜ ਦੇ ਵਿੱਚ ਮੇਰੀ ਖੋਜ ਚੱਲ ਰਹੀ ਹੈ ਕਿ ਮੈਂ ਕੌਣ ਹਾਂ। ਦਿਸ ਇਜ਼ ਦਾ ਸੋ ਯੂ ਆਰ ਟ੍ਰਾਈਂਗ ਟੂ exploring your inner self. Myself, yes. And through the artworks, the ideas I get and I then translate into wood. Then I notice myself, my thoughts, my emotions, my body. Then I am trying to know who am I. The name, ਮੈਨੂੰ ਮੇਰਾ ਜਨਮ ਹਿੰਦੂ ਪਰਿਵਾਰ 'ਚ ਹੋਇਆ ਤਾਂ ਮੈਨੂੰ ਕਹਿੰਦੇ ਹਿੰਦੂ ਹੈ। ਮੈਂ ਮੰਨ ਲਓ ਬੈਂਕ 'ਚ ਜੋਬ ਕੀਤੀ ਤਾਂ ਕਹਿੰਦੇ ਜੀ ਇਹ ਬੈਂਕ ਵਾਲਾ ਹੈ। ਮੈਂ ਖੇਡਦਾ ਹੁੰਦਾ ਸੀ ਤਾਂ ਕਹਿੰਦੇ ਜੀ ਇਹ ਪਹਿਲਵਾਨ ਹੈ। ਜੇ ਮੇਰਾ ਰੰਗ ਗੋਰਾ ਤਾਂ ਕਹਿੰਦੇ ਇਹ ਗੋਰਾ। ਜੇ ਹੁਣ ਮੈਂ ਵਿਆਨਾ ਚਲਾ ਗਿਆ ਤਾਂ ਕਹਿੰਦੇ ਜੀ ਇਹ NRI ਹੈ। ਸੋ there are all kind of labels. ਮੇਰੇ ਤੇ labels ਲੱਗੇ ਹੋਏ ਆ but I am none. ਕਿਉਂਕਿ ਜਦੋਂ ਮੈਂ ਆਪਦੇ ਅੰਦਰ ਦੇਖਦਾ ਤਾਂ ਮੈਂ ਦੇਖਦਾ ਕਿ I am not, but who am I? ਹਜੇ ਤੱਕ ਨਹੀਂ ਮੈਨੂੰ ਪਤਾ ਲੱਗਿਆ ਕਿ ਮੈਂ ਕੌਣ ਹਾਂ, ਲੇਕਿਨ ਸ਼ੋਰ ਮਤਲਬ ਜਿਹੜੇ ਮੇਰੇ ਲੇਬਲ ਲੱਗੇ ਆ ਉਹ ਤੋਂ ਮੈਂ ਸਰਟਨਲੀ ਕਹਿ ਸਕਦਾ ਕਿ ਆਈ ਐਮ ਨਾਟ ਦੈਟ। ਸੋ ਉਹੀ ਥੋਟਸ ਹੀ ਆ ਰਹੀਆਂ ਇਸ ਪ੍ਰੋਸੈਸ ਦੇ ਵਿੱਚ, ਤਾਈਓ ਹੀ ਸ਼ਾਇਦ ਤੁਹਾਨੂੰ ਸ਼ਾਂਤੀ ਦੀ ਫੀਲਿੰਗ ਹੋਈ ਆਰਟ ਵਰਕਸ ਨੂੰ ਦੇਖ ਕੇ, ਕਿਉਂਕਿ ਉਹਦੇ ਪਿੱਛੇ ਥੋਟਸ ਹੈ ਜਿਹੜੀਆਂ ਉਹ ਮੈਡੀਟੇਟਿਵ ਥੋਟਸ ਹੈ ਸਾਰੀਆਂ। ਐਂਡ ਆਈ ਲਾਈਕ ਦ ਵੇ ਦ ਟੀਚਿੰਗਸ ਆਫ ਬੁੱਧਾ, ਦ ਟੀਚਿੰਗਸ ਆਫ ਓਸ਼ੋ and the teachings of mystics, Rumi and Kabir, and there is a galaxy of these amazing people, and I get some insights from them. They are helping me, you can say. ਆਪਾਂ ਗੱਲਬਾਤ ਵੀ ਜਾਰੀ ਰੱਖਾਂਗੇ ਤੇ ਮੈਂ ਨਾਲ ਤੁਹਾਨੂੰ ਇੱਕ ਗੁਜ਼ਾਰਿਸ਼ ਕਰੂੰਗੀ ਕਿ ਤੁਸੀਂ ਆਪਣੇ ਆਰਟ ਪੀਸਿਸ ਵੀ ਬਹੁਤ ਸਾਰੇ ਨੇ ਇੱਥੇ, ਬਟ ਵੀਲ ਟਰਾਈ ਕਿ few of them should elaborated. I give you an example. What do you call this art piece? ਤੁਹਾਡੇ ਹਿਸਾਬ ਦੇ ਨਾਲ ਇਹ ਕੀ ਹੈ? The title is known, unknown and unknowable. ਨੋਰਮਲੀ ਹਰ ਇੱਕ ਬੰਦਾ ਇਹ ਸੋਚਦਾ ਹੈ ਜਾਂ ਸਾਇੰਟਿਸਟ ਸੋਚਦੇ ਆ ਕਿ ਯਾਰ ਇੱਕ ਹਿੱਸਾ ਜਿਹੜਾ ਕਿ ਜਾਣ ਲਿਆ ਆਪਾਂ ਯੂਨੀਵਰਸ ਦਾ, ਇੱਕ ਹਿੱਸਾ ਜਿਹੜਾ ਆਪਾਂ ਨੂੰ ਨਹੀਂ ਪਤਾ, ਲੇਕਿਨ ਇੱਕ ਦਿਨ ਆਊਗਾ ਕਿ ਆਪਾਂ ਨੂੰ ਉਹ ਵੀ ਪਤਾ ਲੱਗ ਜਾਏਗਾ। ਸੋ ਦੋ ਕੈਟੇਗਰੀਜ਼ ਦੇ ਵਿੱਚ ਨੋਰਮਲੀ ਹਰ ਇੱਕ ਬੰਦਾ ਰੱਖਦਾ ਕਿ ਨੋਨ ਐਂਡ ਅਨਨੋਨ। ਬਟ ਮੈਨੂੰ ਬੈਠਾ ਸੀ, ਮੈਨੂੰ ਖਿਆਲ ਆਇਆ ਕਿ ਯਾਰ ਦ ਮੋਸਟ ਆਫ ਦ ਯੂਨੀਵਰਸ ਇਜ਼ ਨਾਟ ਓਨਲੀ ਨੋਨ, ਇਟ ਇਜ਼ ਅਨਨੋਏਬਲ। Very strong feeling came कि 99.9% the whole cosmos is unknowable. ਹੁਣ ਤੁਸੀਂ ਦੇਖੋ ਕਿ ਆਪਣਾ ਸੂਰਜ ਮੰਡਲ ਹੈ, ਇਹ ਆਪਣੀ ਮੰਦਾਕਿਨੀ ਦਾ ਮਿਲਕੀ ਵੇ ਦਾ ਇੱਕ ਹਿੱਸਾ ਹੈ। ਆਪਣੇ ਸੂਰਜ ਮੰਡਲ ਵਰਗੇ ਇਹਦੇ ਵਿੱਚ ਖਰਬਾਂ ਸੂਰਜ ਮੰਡਲ ਹੈ, ਔਰ ਮਿਲਕੀ ਵੇ ਵਰਗੀਆਂ ਗੈਲੈਕਸੀਆਂ ਇਸ ਤੋਂ ਵੀ ਵੱਡੀਆਂ ਖਰਬਾਂ ਗੈਲੈਕਸੀਆਂ। ਸੋ ਬੇਸਿਕਲੀ ਇਟ ਲੁਕਸ ਅਨਨੋਏਬਲ। ਤਾਂ ਇਹਦੇ ਵਿੱਚ ਮਤਲਬ ਇਹ ਆਰਟ ਵਰਕ ਦੇ ਵਿੱਚ ਇਹੀ ਦਿਖਾਇਆ ਸੀ ਕਿ ਆਹ ਛੋਟਾ ਜਿਹਾ ਹਿੱਸਾ ਇਜ਼ ਨੋਨ, ਵਿਚ ਵੀ ਥਿੰਕ ਨੋਨ, ਇਟ ਇਜ਼ ਕਲਰਫੁਲ ਵਨ ਇਜ਼ known, and this is unknown, but inside and outside of everything is unknowable. Because ਜੇ ਤੁਸੀਂ ਜਿਸ ਨੂੰ ਜਾਣਿਆ ਹੀ ਨਹੀਂ ਜਾ ਸਕਦਾ, ਜਾਣਿਆ, ਮੇਰੀ ਫੀਲਿੰਗ ਹੈ ਇਹ ਕਿ ਨਹੀਂ ਜਾਣਿਆ ਜਾ ਸਕਦਾ। ਫॉर एग्जांपल ਤੁਸੀਂ ਦੇਖੋ ਹੁਣ if you study the now quantum physics, they are totally confused, they don't know. ਉਹ ਕਹਿੰਦੇ ਆ ਜੀ ਇੱਕ ਫੋਟੋਨ, ਇੱਕ ਪਾਰਟੀਕਲ ਛੱਡਿਆ ਤਾਂ ਦੋ ਮੋਰੀਆਂ ਹੈਗੀਆਂ,
ਉਹ ਦੋਵਾਂ ਦੇ ਵਿੱਚੋਂ ਟੱਪ ਜਾਂਦਾ। ਹਾਊ ਇਜ਼ ਇਟ ਪੋਸੀਬਲ? ਸੋ ਇਟ ਇਜ਼, ਦ ਹੋਲ ਥਿੰਗ ਇਜ਼ ਫੁੱਲ ਆਫ ਮਿਸਟਰੀਜ਼। ਔਰ ਸੂਫੀਆਂ ਨੇ ਵੀ ਆਖਿਆ ਵੀ ਇਹ ਮਿਸਟਰੀ ਹੈ। you can feel it but you can't know it. So this was the idea behind it. ਹਰ ਇੱਕ ਇਨਸਾਨ ਜਿਹੜਾ ਧਰਤੀ ਦੇ ਵਿੱਚ ਉੱਤੇ ਆਇਆ ਹੈਗਾ ਨਾ, ਉਸ ਨੂੰ ਕਿਸੇ ਪਰਪਸ ਦੇ ਲਈ ਅਸੀਂ ਕਹਿ ਸਕਦੇ ਕਿ ਇਸ ਯੂਨੀਵਰਸ ਦੇ ਵਿੱਚ ਭੇਜਿਆ ਗਿਆ ਹੈ, ਇਸ ਦੁਨੀਆ ਦੇ ਵਿੱਚ ਭੇਜਿਆ ਗਿਆ ਪਰਪਸ ਹੈ। ਤੁਹਾਨੂੰ ਲੱਗਦਾ ਕਿ ਤੁਸੀਂ ਉਸ ਪਰਪਸ ਨੂੰ ਯੂਟਿਲਾਈਜ਼ ਕਰ ਰਹੇ ਹੋ? ਮੈਂ ਕਿਉਂਕਿ ਆਰਟ ਦੇ ਥਰੂ ਮੈਂ ਆਪਣੇ ਆਈਡੀਆਜ਼ 'ਤੇ ਹੀ ਕੰਮ ਕਰ ਰਿਹਾ। ਬਹੁਤ ਮੇਰੇ ਕਈ ਕਲਾਇੰਟਸ ਆ ਜਾਂ ਹੋਰ ਕਈਆਂ ਨੂੰ ਇਹ ਚੰਗਾ ਨਹੀਂ ਲੱਗਦੀ ਗੱਲ, ਕਿਉਂਕਿ ਮੈਨੂੰ ਬੜੇ ਕਹਿੰਦੇ ਆ ਜੀ ਤੁਸੀਂ ਸਾਡੇ ਕੋਲ ਇੱਕ ਆਈਡੀਆ ਹੈਗਾ, ਤੁਸੀਂ ਉਹਨੂੰ ਬਣਾ ਦਿਓ, ਜਾਂ ਕਈ ਵਾਰੀ ਕਹਿੰਦੇ ਆ ਕਿ ਤੁਸੀਂ ਪੋਰਟਰੇਟ ਬਣਾ ਦਿਓ ਜੀ ਸਾਡੀ। ਦੈਨ ਕਈਆਂ ਨੂੰ ਮੈਂ ਮਿੱਠਾ ਜਿਹਾ ਟਾਲ ਵੀ ਦਿੰਦਾ, ਕਿਉਂਕਿ ਮੈਨੂੰ ਇਹ ਮਹਿਸੂਸ ਹੁੰਦਾ ਕਿ ਕੁਦਰਤ ਮੇਰੇ ਥਰੂ ਕੁਝ ਕਰਵਾਉਣਾ ਚਾਹੁੰਦੀ ਹੈ, ਕੁਝ ਕਹਿਣਾ ਚਾਹੁੰਦੀ ਹੈ। ਤਾਂ ਮੈਂ ਕਹਿੰਦਾ ਵੀ ਮੈਂ ਉਸ ਨੂੰ ਹੀ ਪ੍ਰਾਇੋਰਟੀ ਦੇ ਰਿਹਾ। ਜੋ ਆਈਡੀਆਜ਼ ਮੈਨੂੰ ਆਉਂਦੇ ਆ ਤੇ ਮੈਂ ਉਸ 'ਤੇ ਹੀ ਕੰਮ ਕਰ ਰਿਹਾ। ਤਾਂ ਜਿਵੇਂ ਤੁਸੀਂ ਆਖਿਆ ਕਿ ਹੋ ਸਕਦਾ ਕੁਦਰਤ ਦਾ ਕੋਈ ਇਹਦਾ ਕੋਈ ਪਰਪਸ ਹੋਵੇ ਇਸ ਦੇ ਪਿੱਛੇ। ਇਟ ਲੁਕਸ ਲਾਈਕ ਦਿਸ। ਤੁਹਾਡਾ ਇਹਨਾਂ ਦੇ ਵਿੱਚੋਂ ਇੱਥੇ ਕਾਫੀ ਸਾਰੇ ਨੇ, ਮੈਂ ਇਹਨਾਂ ਨੂੰ ਅਨਕਾਊਂਟੇਬਲ ਹੈ ਫॉर ਮੀ ਦ ਆਰਟ ਪੀਸਿਸ। ਇਹਨਾਂ ਦੇ ਵਿੱਚੋਂ ਤੁਹਾਡਾ ਮੋਸਟ ਫੇਵਰਿਟ ਆਰਟ ਪੀਸ ਕਿਹੜਾ ਹੈ ਔਰ ਤੁਸੀਂ ਉਹ ਕਦੋਂ ਬਣਾਇਆ? ਨਹੀਂ, ਇਹ ਨਹੀਂ, ਕੁਝ ਵੀ ਨਹੀਂ ਇਸ ਤਰ੍ਹਾਂ ਦਾ ਜੀ। ਫੇਵਰੇਬਲ ਆਲ ਆਰ ਆਈ ਐਮ ਇਨ ਦਾ ਜਿਸ ਨੂੰ ਮੈਂ ਬਣਾ ਰਿਹਾ ਹੁੰਨਾ। ਜਿਵੇਂ ਹੁਣ ਮੇਰੇ ਟੇਬਲ 'ਤੇ ਇੱਕ ਜਿਹੜਾ ਕੰਮ ਮੈਂ ਕਰਦਾ ਪਿਆ, ਫॉर ਮੀ ਦਿਸ ਇਜ਼ ਦਾ ਬੈਸਟ। ਜੋ ਮੈਂ ਕਰ ਰਿਹਾ ਮੈਨੂੰ ਉਹਦੇ ਨਾਲ ਹੀ ਬੜਾ ਪਿਆਰ ਆਉਂਦਾ। ਬਟ ਦ ਮੋਮੈਂਟ ਉਹ ਕੰਪਲੀਟ ਹੋ ਜਾਂਦਾ ਤੇ ਕਲਾਈਮੈਕਸ ਆ ਜਾਂਦਾ, ਤਾਂ ਮੇਰੇ ਦਿਮਾਗ 'ਚ ਤਾਂ ਖਿਆਲ ਆਉਂਦਾ ਜਾਂ ਅੱਛਾ ਆਈਡੀਆ ਤਾਂ ਆਇਆ ਕੁਦਰਤ ਵੱਲੋਂ, ਲੇਕਿਨ ਇਹ ਕਿਸ ਦੇ ਵਾਸਤੇ ਆਇਆ, ਲੈਟਸ ਸੀ। ਜੀ, ਆਪਾਂ ਅੱਗੇ ਚੱਲਦੇ ਹਾਂ। ਤੇ ਸਰ ਤੁਸੀਂ ਸਾਨੂੰ ਦੱਸੋ ਕਿ this is very lovely. This is, I think the idea came from the Kama Sutra. Yes, I was in Khajuraho, and in Khajuraho there are amazing sculptures made by, I think they are made by tantrics or meditators, and there are so many, and they are very unique. Very you can say, and the strange thing is I don't know the name of the artist. We know the artist of the West, the great sculptures, but I was there and I was fascinated, and then I said okay, I do something. Dev and Apsara ਦੀ ਫਿਰ ਇਹ ਮੈਂ ਬਣਾਈ ਸੀਗੀ। ਉਸ ਤੋਂ ਇਸ ਦੇ ਵਿੱਚ ਵੀ ਇਹ ਸ਼ੋਅ ਕੀਤਾ ਸੀ ਵੀ ਜਿਹੜੀ ਮੇਲ ਹੈ, ਮੇਲ एनर्जी इज लॉजिकल मोस्ट ऑफ द टाइम, he thinks in logic. और जो फीमेल एनर्जी है, she is not caring about much of the time, not about logic, she is for emotions. So then I choose the different wood which is flowing, and I took a mosaic. This is like more like thoughts and the logic. ਅੱਛਾ, ਤਾਂ ਤੁਸੀਂ ਸਰ ਆਪਾਂ ਵੁੱਡ ਦੀ ਗੱਲ ਕਰਦੇ ਹਾਂ, ਆਪਣੇ ਆਰਟ ਪੀਸਿਸ ਦੇ ਲਈ ਤੁਸੀਂ ਜਿਹੜੀ ਵੁੱਡ ਹੈ ਉਹ ਕਿਹੜੀ ਯੂਜ਼ ਕਰਦੇ ਹੋ? Mostly I use local wood, other than sagwan, pine, cal, shisham, ਜਾਂ ਕੋਈ ਵੀ ਹਾਰਡਵੁੱਡ ਹੈ, ਜਾਂ ਲੋਕਲ ਵੁੱਡ ਵੀ ਆ ਜਾਂਦੀ ਹੈ, ਕੋਈ ਡੇਕ ਹੈ ਜਾਂ ਹੋਰ ਇਸ ਤਰ੍ਹਾਂ, ਜੋ ਵੀ ਮਤਲਬ ਇਟ ਡਿਪੈਂਡਸ ਅਪੋਨ ਦਾ ਆਈਡੀਆ ਕਿ ਕਿਹੜੀ ਵੁੱਡ ਆਰਟ ਵਰਕ ਦੇ ਵਿੱਚ ਮੈਨੂੰ ਸੂਟ ਕਰੇਗੀ। ਮੈਂ ਜਦੋਂ ਐਂਟਰ ਕੀਤਾ ਤੁਹਾਡਾ ਇੱਕ ਮੈਨੂੰ ਆਰਟ ਪੀਸ ਬੜਾ ਫੈਸੀਨੇਟਡ ਲੱਗਿਆ, ਔਰ ਮੈਂ ਬਾਰ-ਬਾਰ ਮੇਰੀ ਨਜ਼ਰ ਉਹਦੇ 'ਤੇ ਜਾ ਰਹੀ ਹੈ। ਤੁਸੀਂ ਗੌਤਮ ਬੁੱਧਾ ਦਾ ਇੱਕ ਆਰਟ ਪੀਸ ਬਣਾਇਆ ਹੋਇਆ ਹੈ, ਔਰ ਉਹ ਦਿਖ ਰਿਹਾ ਹੈ ਕਿ ਹਾਫ ਨਾਲੋਂ ਵੀ ਘੱਟ ਉਹ ਕਲਰਫੁਲ ਹੈ ਤੇ ਹਾਫ ਨਾਲੋਂ ਜ਼ਿਆਦਾ ਉਹ ਬਲੈਕ ਹੈ। ਸੋ ਉਹਦੇ ਪਿੱਛੇ ਕੀ? ਹਾਂਜੀ, ਉਹਦੇ ਪਿੱਛੇ ਹੈ ਜੀ ਕਿ ਦ ਆਈਡੀਆ ਕੇਮ ਕਿ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਆਈ ਲੁੱਕ ਲਾਈਕ ਅ ਨੋਰਮਲ ਪਰਸਨ, ਆਈ ਐਮ ਹੈਲਦੀ, ਆਈ ਐਮ ਗਰੋਨ ਅਪ, ਬਟ ਸਟਿਲ ਦੇਰ ਕੇਮ ਏ ਫੀਲਿੰਗ ਦੈਟ ਆਈ ਐਮ ਸਟਿਲ ਅ ਸੀਡ, ਕਿ ਮੈਂ ਹਜੇ ਬੀਜ ਹਾਂ, ਅਤੇ ਉਹ ਬੀਜ ਜਿਹੜਾ ਹੈ ਉਹ ਹਜੇ ਤਿੜਕ ਤਾਂ ਗਿਆ ਇੱਕ ਤਰ੍ਹਾਂ ਦਾ, ਬਟ ਫਲਾਵਰਿੰਗ ਨਹੀਂ ਹਜੇ ਹੋਈ। ਬਟ ਦ ਫੀਲਿੰਗ ਆਈ ਕਿ ਯਾਰ ਇਹਦੇ ਵਿੱਚ ਵੀ ਹੀ ਇੱਕ ਮੇਰੇ ਅੰਦਰ ਵੀ ਕੋਈ ਇੱਕ ਫੁੱਲ ਛਿਪਿਆ ਜਿਹੜਾ ਕਿ ਖਿੜਨਾ ਚਾਹੁੰਦਾ ਹੈ। ਦਿਸ ਵਾਜ਼ ਦਾ ਫੀਲਿੰਗ। ਇਹ ਵਾਲਾ ਸੀ ਵੀ ਇਹ ਸੀਡ ਹੈ, ਲੇਕਿਨ ਸੀਡ ਦੇ ਵਿੱਚ ਕੀ ਛੁਪਿਆ ਹੋਇਆ ਹੈ ਉਹ ਮੈਨੂੰ ਉਹ ਐਕਸਪ੍ਰੈਸ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ।
ਮੈਂ ਦੇਖ ਰਹੀ ਹਾਂ ਤੁਸੀਂ ਜ਼ਿਆਦਾ ਗੌਤਮ ਬੁੱਧਾ ਦੇ ਤੁਸੀਂ ਆਰਟ ਪੀਸਿਸ ਬਣਾਏ ਹੋਏ ਨੇ, ਜ਼ਿਆਦਾਤਰ ਗੌਤਮ ਬੁੱਧਾ ਦੇ ਆਰਟ ਪੀਸਿਸ ਦਿਖ ਰਹੇ ਆ ਜਾਂ ਅਰਧਨਾਰੀਸ਼ਵਰ ਈਵਨ ਆਈ ਕੈਨ ਸੀ। ਹਾਂਜੀ, ਤੇ ਜ਼ਿਆਦਾ ਗੌਤਮ ਬੁੱਧਾ ਨੂੰ ਬਣਾਉਣ ਦਾ ਕੀ ਕਾਰਨ ਹੈ? ਗੌਤਮ ਮਹਾਤਮਾ ਬੁੱਧ ਨੂੰ ਡਿਪਿਕਟ ਕਰਨ ਦਾ ਸਿਰਫ ਮਤਲਬ ਇੱਕ, ਜਦੋਂ ਮੈਂ ਕਿਤੇ ਵੀ ਆਪਦੇ ਆਰਟ ਵਰਕ ਦੇ ਵਿੱਚ ਮਹਾਤਮਾ ਬੁੱਧ ਨੂੰ ਡਿਪਿਕਟ ਕਰਦਾ ਤਾਂ ਉਹਦਾ ਮੇਰਾ ਕਹਿਣ ਦਾ ਭਾਵ ਇਹੀ ਹੁੰਦਾ ਹੈ ਕਿ ਮੈਡੀਟੇਟਰ, ਕਿ ਜਿਹੜਾ ਬੰਦਾ ਬੈਲੈਂਸਡ ਹੈ, ਇੱਕ ਸਿੰਬਲ ਹੈ, ਮਤਲਬ ਜਿਹੜਾ ਬੰਦਾ ਪੂਰਨ ਹੋ ਗਿਆ ਜਾਂ ਉਹ ਬੈਲੈਂਸਡ ਹੈ। ਕੋਈ ਜ਼ਿਆਦਾ ਰਿਲੀਜੀਅਸ ਗੱਲ ਨਹੀਂ ਹੈ ਵੀ ਇਹ ਮਹਾਤਮਾ ਬੁੱਧ ਹੈ, ਨਥਿੰਗ ਕਿ ਲਾਈਕ ਏ ਮੈਡੀਟੇਟਰ। ਔਰ I try to follow the concepts like many of art works you can see the teaching of Buddha is the middle way, the mad mark, and this is in me also. I feel ki right now I just have finished one ਕਿ ਮੇਰੇ ਅੰਦਰ ਥਾਟਸ ਖਿਆਲ ਵੀ ਚੱਲਦੇ ਰਹਿੰਦੇ ਆ, ਉਹ ਪੂਰੇ ਤਰਕਪੂਰਨ ਹੁੰਦੇ ਆ। ਇੱਕ ਪਾਸੇ ਇਮੋਸ਼ਨਸ ਚੱਲਦੀਆਂ ਰਹਿੰਦੀਆਂ ਜਿਹੜੀਆਂ ਕਿ ਟੋਟਲ ਉਲਟ ਹੈ, ਉਹ ਤਰਕ ਨੂੰ ਨਹੀਂ ਮੰਨਦੀਆਂ ਇਮੋਸ਼ਨਸ ਹੈ, ਔਰ ਇੱਕ ਦੂਜੇ ਨੂੰ ਉਹ ਮੇਰੇ ਅੰਦਰ ਉਹ ਇੱਕ ਦੂਜੇ ਨੂੰ ਕੰਪੀਟ ਕਰਦੇ ਆ। ਅਤੇ ਮੇਰੇ ਬਟ ਜਦੋਂ ਮੈਂ ਆਪਦੇ ਅੰਦਰ ਉਹਨਾਂ ਨੂੰ ਵਾਚ ਕਰਦਾ ਤਾਂ ਉਹ ਸ਼ਰਮਾਉਂਦੇ ਆ। ਦੈਨ ਆਈ ਗੈਟ ਦਾ ਪੁਆਇੰਟ ਵਟ ਬੁੱਧਾ ਵਾਂਟ ਟੂ ਸੇ ਦਾ ਮਿਡਲ ਵੇ, ਕਿ then I watch, I am not going with the logic, I am not going with the emotions, I stay where I am in the middle, and this brings me peace, and then I can in those moments I can see ਕਿ ਮੇਰੇ ਅੰਦਰ ਕੋਈ ਵਾਚਰ ਹੈ ਇੱਕ ਤਰ੍ਹਾਂ ਦਾ ਨਾ, ਕੋਈ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, then I can feel ਕਿ ਕੋਈ ਦੇਖ ਰਿਹਾ ਹੈ ਮੇਰੇ ਅੰਦਰੋਂ ਇਹ ਸਾਰਾ ਕੁਝ, what's going on, and that's true, this is the feeling ਕਿ ਕੋਈ ਦੇਖ ਰਿਹਾ ਹੈ, ਮੈਨੂੰ ਬੋਲਦੇ ਨੂੰ ਵੀ ਦੇਖ ਰਿਹਾ ਹੈ, ਔਰ ਬੇਸਿਕਲੀ ਉਸੇ ਦੀ ਤਲਾਸ਼ ਆ ਵੀ ਕੌਣ ਹੈ। ਤੁਹਾਡੀ ਫੈਮਿਲੀ ਦੇ ਵਿੱਚੋਂ ਤੁਸੀਂ ਇੱਕ ਆਰਟਿਸਟ ਹੋਏ ਜਾਂ ਤੁਹਾਡੇ ਤੋਂ ਇਲਾਵਾ ਕੋਈ ਹੋਰ ਵੀ ਆਰਟਿਸਟ ਰਹੇ ਨੇ? ਇਹ ਤੁਹਾਡੀ ਜੀਨਸ ਦੇ ਵਿੱਚ ਸੀ ਜਾਂ ਇਟ ਕੇਮ ਆਲ ਆਫ ਅ ਸਡਨ? I don't know. This is how it came in my family. No, ਹਾਂਜੀ, ਕੋਈ ਆਰਟਿਸਟ ਨਹੀਂ ਹੈ ਮੇਰੀ ਫੈਮਿਲੀ 'ਚ। ਖਿਆਲ ਆਇਆ ਕਿ ਜਿਵੇਂ ਸਿੱਖੀਜ਼ਮ ਦੇ ਵਿੱਚ ਆਪਣੀ ਗੱਲ ਕਰਦੇ ਆ, ਨਾਨਕ ਜੀ ਗੱਲ ਕਰਦੇ ਆ ਵੀ ਧੁਰ ਦੀ ਬਾਣੀ, ਜਾਂ ਹਰ ਇੱਕ ਰਿਲੀਜਨ ਹੀ ਗੱਲ ਕਰਦਾ ਵੀ ਧੁਰ ਦੀ ਗੱਲ ਕਰਦਾ। ਇਹਦੇ ਵਿੱਚ ਨਾ ਮੈਨੂੰ ਇਹ ਫੀਲਿੰਗ ਆਈ ਕਿ ਨਾ ਵਟਸ ਗੋਇੰਗ ਔਨ, ਤਾਂ ਮੈਨੂੰ ਇਹ ਫੀਲਿੰਗ ਆਈ ਕਿ ਧੁਰ ਤੋਂ ਕੋਈ ਬਾਣੀ ਉਤਰ ਰਹੀ ਹੈ ਧੁਰ ਤੋਂ, ਔਰ ਇਹ ਜਿਹੜੇ ਮਤਲਬ ਸੋ ਕਾਲਡ ਜਿਵੇਂ ਅੱਖਰ ਹੈਗੇ ਆ ਜਾਂ ਜਿਹੜੀ ਇਬਾਰਤ ਹੈ, ਇਹ ਵੀ ਕਾਂਟ ਰੀਡ ਇਟ ਬਟ ਵੀ ਕੈਨ ਫੀਲ ਇਟ, ਕਿ ਕੋਈ ਬਾਣੀ ਹੈ ਉੱਪਰੋਂ ਮਤਲਬ ਚੱਲ ਰਹੀ ਹੈ, ਤਾਂ ਉਹ ਅਨਰੀਡੇਬਲ ਹੈ, ਉਹ ਪੜ੍ਹੀ ਨਹੀਂ ਜਾ ਸਕਦੀ, ਬਟ ਯੂ ਕੈਨ ਫੀਲ ਇਟ। ਇਹਦੇ ਬਾਰੇ ਇਹ ਧੁਰ ਦੀ ਬਾਣੀ ਦਾ ਸੀਗਾ ਜੀ ਕਨਸੈਪਟ ਦੇ ਪਿੱਛੇ। ਅੱਛਾ, ਇੱਕ ਹੋਰ ਚੀਜ਼ ਬੜੀ ਸੋਹਣੀ, ਜਿੱਥੇ ਗਦਾ ਵੀ ਦਿਖ ਰਿਹਾ, ਸ਼ੰਖ ਦਿਖ ਰਿਹਾ, ਲੋਟਸ ਦਿਖ ਰਿਹਾ। ਇਹ ਨਾ ਇੱਕ ਮੈਂ ਆਈ ਵਾਜ਼ ਇਨ ਮਿਊਜ਼ੀਅਮ ਇਨ ਦਿੱਲੀ, ਤਾਂ ਉਹ ਖੁਦਾਈ ਦੇ ਵਿੱਚ ਉਹਨਾਂ ਨੂੰ ਮਤਲਬ ਇੱਕ ਨਾ ਛੋਟੀ ਜਿਹੀ ਪਲੇਟ ਮਿਲੀ ਸੀਗੀ ਇਸ ਤਰ੍ਹਾਂ ਦੀ, ਉਹਦੀ ਤਾਂਬੇ ਦੀ, ਤਾਂ ਮੈਨੂੰ ਬੜੀ ਉਹਨੇ ਖਿੱਚ ਕੀਤੀ, ਤਾਂ ਮੈਨੂੰ ਪਤਾ ਲੱਗਿਆ ਕਿ ਵਰਾਹਾ ਜੋ ਹੈ ਇਹ ਵਿਸ਼ਨੂੰ ਦਾ ਵੀ ਸਭ ਤੋਂ ਪੁਰਾਣਾ ਅਵਤਾਰ ਜਿਹੜਾ ਹਿੰਦੂਇਜ਼ਮ ਦੇ ਵਿੱਚ ਵਰਾਹ ਹੈ। ਤਾਂ ਮੈਂ ਜਿਹੜੀ ਸ਼ੇਪ ਹੁਣ ਤੁਸੀਂ ਦੇਖੋ, ਜਿਹੜੀ ਇਹ ਸ਼ੇਪ ਹੈ, ਇਟਸ ਨਾਟ ਮਾਈ ਸ਼ੇਪ, ਇਟਸ ਨਾਟ ਮਾਈ ਆਈਡੀਆ। ਇਹ ਹੁਣ ਤੁਸੀਂ ਦੇਖੋ ਵੀ ਇਹ ਮੇਰੇ ਖਿਆਲ ਦੇ ਵਿੱਚ ਇਹ 8ਵੀਂ ਸ਼ਤਾਬਦੀ ਦਾ ਇਹ ਉਹ ਹੈ ਪੀਸ ਹੈ। ਨਾਓ ਇਮੈਜਿਨ ਕਿ ਉਸ ਆਰਟਿਸਟ ਜਿਹੜਾ ਸੀਗਾ ਉਦੋਂ ਵੀ ਕਿੰਨੇ ਘੈਂਟ ਆਰਟਿਸਟ ਸੀਗੇ ਜਿਹਨੇ ਇਹ ਸ਼ੇਪ ਜਿਹਨੇ ਬਣਾਈ, ਮਤਲਬ ਵਰਾਹਾ ਦੀ। ਦੈਨ ਆਈ ਫੈਲਟ ਓਕੇ ਕਿ ਇਹਦਾ ਮੋਜ਼ੈਕ ਬਣਾਉਂਦੇ ਆ, ਤਾਂ ਇਹ ਜਿਹੜੇ ਸਿੰਬਲਸ ਵੀ ਜਿਹੜੇ ਹੈਗੇ ਇਹ ਵਿਸ਼ਨੂੰ ਦੇ ਸਿੰਬਲਸ ਹੈ। Okay, so this is Sudarshan Chakra. ਹਾਂਜੀ। All four are the depict the Vishnu. And what is this? This is the signature of Osho. Oh. This is inverted, you can say. ਇਹ ਵੀ ਬਹੁਤ ਸੋਹਣਾ ਆਰਟ ਪੀਸ ਹੈ ਸਰ। ਹਾਂਜੀ, ਇਹ Who Am I series ਦਾ ਇਹ ਸਵਾਮੀ ਓਸ਼ੋ ਸੰਨਿਆਸੀ ਕਤਿਆਲ ਮਹਾਰਾਜ। These are, if you read here, this is my caste, ਠੀਕ ਹੈ ਜੀ, ਵੀ ਮੇਰੀ ਕਾਸਟ ਇਹ ਹੈ,
ਮੇਰਾ ਮੈਂ ਇੰਡੀਅਨ ਆ, ਮੈਂ NRI ਆ, Nationality ਨੈਸ਼ਨੈਲਿਟੀ ਆ, ਜਾਂ ਜਿੰਨੇ ਮੇਰੇ ਲੇਬਲ ਲੱਗੇ ਹੋਏ ਆ, ਇਹ ਮੇਰੇ ਤੇ ਇੱਕ ਤਰ੍ਹਾਂ ਦੇ ਹਰ ਇੱਕ ਲੇਬਲ ਲਾਏ ਆ ਸੋਸਾਇਟੀ ਨੇ ਕਿ ਮੈਂ ਵੀ ਸੁਰੀਲ ਇਹ ਹੈ, ਸੁਰੀਲ ਇਹ ਹੈ, ਸੁਰੀਲ ਇਹ ਹੈ, ਸੁਰੀਲ ਪੰਜਾਬੀ ਹੈ, ਸੁਰੀਲ ਇੰਡੀਅਨ ਹੈ। ਬਟ ਇਨ ਰਿਐਲਿਟੀ ਵਟ ਆਈ ਫੀਲ ਇਜ਼ ਇਨਸਾਈਡ ਮੀ ਇਜ਼ ਆਈ ਫੀਲ ਨਥਿੰਗ। ਮੇਰਾ ਅੰਦਰ ਹਜੇ ਖਾਲੀ ਹੈ। ਸੋ ਬੇਸਿਕਲੀ ਦਿਸ ਇਜ਼ ਅ ਬਾਡੀ। ਦਿਸ ਇਜ਼ ਅ ਬਾਡੀ ਐਂਡ ਬਾਡੀ ਦੇ ਉੱਪਰ ਲੇਬਲਸ ਲੱਗੇ ਹੋਏ ਆ ਮੇਰੇ ਬਾਹਰ। ਮੈਨੂੰ ਦੇਖ ਕੇ ਕੋਈ ਕੁਛ ਕੋਈ ਕਹਿੰਦਾ ਆਰਟਿਸਟ ਹੈ, ਕੋਈ ਕੁਛ ਕਹਿੰਦਾ। ਬਟ ਜਦੋਂ ਮੈਂ ਅੱਖਾਂ ਮੀਚ ਕੇ ਅੰਦਰ ਦੇਖਦਾ ਕਿ ਮੈਂ ਕੌਣ ਹਾਂ, ਦੈਨ ਆਈ ਫੀਲ ਦਾ I get no answer. Yes. ਕਹਿੰਦੇ ਨੇ ਕਿ ਇਨਸਾਨ ਜਿਹੜਾ ਉਹ ਕੀਪ ਔਨ ਸਰਚਿੰਗ ਹੈ ਨਾ ਹਿਮਸੈਲਫ ਔਰ ਹਰਸੈਲਫ। ਔਰ ਇਹ ਬਹੁਤ ਸਮੇਂ ਤੋਂ, ਬਹੁਤ ਲੰਬੇ ਸਮੇਂ ਤੋਂ, ਜਦੋਂ ਦੀ ਇਹ ਇਸ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਸੰਰਚਨਾ ਹੋਈ, ਉਦੋਂ ਤੋਂ ਚੱਲਦਾ ਆ ਰਿਹਾ ਹੈ। ਇਹ ਵੈਸੇ ਮੈਂ ਆਈ ਆਲਸੋ ਫੀਲ ਸਟਰੋਂਗਲੀ ਕਿ ਹਰ ਇੱਕ ਬੰਦਾ ਜਿਹੜੀ ਮਰਜ਼ੀ ਸਟੇਜ ਤੇ ਹੈ ਉਹ ਆਪਣੀ ਯਾਤਰਾ ਦੇ ਵਿੱਚ ਹੀ ਹੈ। ਕੋਈ ਕਿਸ ਸਟੇਜ ਦੇ ਉੱਤੇ ਆਪਣੀ ਯਾਤਰਾ ਕਰ ਰਿਹਾ, ਕੋਈ ਕਿਸ ਸਟੇਜ ਦੇ ਉੱਤੇ ਕਰ ਰਿਹਾ। ਲੇਕਿਨ I feel that everybody is in search of something, and if you talk with anybody you can feel it. Some people say but some don't. They all feel that something is missing. ਕੋਈ ਬੰਦਾ ਕਰੋੜਾਂ ਰੁਪਈਆ ਵੀ ਕਮਾ ਲੈਂਦਾ, ਮਸ਼ਹੂਰ ਵੀ ਹੋ ਜਾਂਦਾ ਜਾਂ ਕੈਰੀਅਰ ਵੀ ਬਣਾ ਲੈਂਦਾ, ਬਟ ਉਹਨੂੰ ਵੀ ਇੱਕ ਫੀਲਿੰਗ ਹਮੇਸ਼ਾ ਆਉਂਦੀ ਰਹਿੰਦੀ ਹੈ, ਯਾਰ ਸਮਥਿੰਗ ਇਜ਼ ਮਿਸਿੰਗ। ਸੋ ਇਟ ਲੁਕਸ ਕਿ everybody is in search and I don't know, it must be something. ਤੁਸੀਂ ਇੱਕ ਆਰਟਿਸਟ ਹੋ ਔਰ ਬਹੁਤ ਕੁਝ ਤੁਸੀਂ ਡੇਲੀ ਬੇਸਿਸ ਤੇ ਐਕਸਪਲੋਰ ਕਰ ਰਹੇ ਹੋ, ਸੈਲਫ ਐਕਸਪਲੋਰੇਸ਼ਨ ਵੀ ਕਰ ਰਹੇ ਹੋ, ਜੋ ਬਹੁਤ ਘੱਟ ਇਨਸਾਨਾਂ ਨੂੰ ਮੌਕਾ ਮਿਲਦਾ ਹੈ ਖੁਦ ਦਾ ਇਨਰ ਸੈਲਫ ਐਕਸਪਲੋਰ ਕਰਨ ਦਾ, ਹੈ ਨਾ। ਤਾਂ ਆਪਣੇ ਆਪ ਨੂੰ ਕਿਤੇ ਤੁਹਾਨੂੰ ਕੰਟੈਂਟਮੈਂਟ ਫੀਲ ਹੁੰਦੀ ਹੈ, ਕੰਟੈਂਟ ਫੀਲ ਹੁੰਦਾ? ਹਾਂਜੀ ਹਾਂਜੀ, ਪੂਰੀ ਤਰ੍ਹਾਂ ਜੀ। ਆਈ ਐਮ ਵੈਰੀ ਲੱਕੀ ਕਿ ਵਾਟ ਆਈ ਕੈਨ ਸੇ। ਮੈਂ ਤੁਹਾਨੂੰ ਹੀ ਦੱਸ ਸਕਦਾ, ਜਦੋਂ ਮੈਂ ਆਪਦੇ ਟੇਬਲ ਤੇ ਹੁੰਨਾ ਤਾਂ ਮੈਂ ਜਦੋਂ ਕੰਮ ਕਰ ਰਿਹਾ ਹੁੰਨਾ, ਆਈ ਐਮ ਦਾ ਮੋਸਟ ਹੈਪੀਐਸਟ ਪਰਸਨ ਦੈਨ। ਲੇਕਿਨ ਅਗਰ ਕੋਈ ਬਾਹਰੋਂ ਆ ਕੇ ਦੇਖਦਾ ਤਾਂ ਉਹ ਦੇਖੂਗਾ ਯਾਰ ਪਸੀਨੋ ਪਸੀਨ ਹੋਇਆ ਪਿਆ ਅਤੇ ਡਸਟ ਦੇ ਨਾਲ ਭਰਿਆ ਪਿਆ ਅਤੇ ਕੱਪੜੇ ਗੰਦੇ ਹੋਏ ਪਏ ਹੈ, ਤਾਂ ਉਹਨੂੰ ਖਿਆਲ ਦੇਖਣ ਵਾਲੇ ਨੂੰ ਇਹ ਆਉਂਦਾ ਯਾਰ ਬੜਾ ਔਖਾ ਕੰਮ ਕਰੀ ਜਾਂਦਾ। ਬਟ ਦੈਨ ਇਨਸਾਈਡ ਮੇਰਾ ਹਾਸਾ ਨਿਕਲਦਾ ਦੈਟ ਆਈ ਐਮ ਇੰਜੋਇੰਗ ਇਟ, ਕਿਉਂਕਿ ਮੈਂ ਆਪਦੇ ਟੇਬਲ 'ਤੇ ਹੀ ਸਭ ਤੋਂ ਜ਼ਿਆਦਾ ਖੁਸ਼ ਹੁੰਦਾ। ਅੱਛਾ, ਇੱਕ ਚੀਜ਼ ਮੈਂ ਹੋਰ ਨੋਟ ਕੀਤੀ ਹੈ, ਤੁਸੀਂ ਬਹੁਤ ਸੋਹਣੇ ਆਰਟ ਪੀਸਿਸ ਬਣਾਏ ਆ, ਇੱਕ ਤੋਂ ਇੱਕ ਬਿਹਤਰ ਹੈ, ਪਰ ਕਿਸੇ ਵੀ ਆਰਟ ਪੀਸ ਦੇ ਉੱਪਰ ਤੁਹਾਡਾ ਕੋਈ ਸਿੰਗਲ ਇਨੀਸ਼ੀਅਲ ਨਹੀਂ ਹੈ, ਕਿਤੇ ਕੋਈ ਸਾਈਨ ਨਹੀਂ। ਹਾਂਜੀ, ਦਿਸ ਇਜ਼ ਮੈਨੂੰ ਇਹ ਲੱਗਦਾ ਕਿ ਮੈਂ ਜੇ ਅਗਰ ਫਰੰਟ ਦੇ ਉੱਪਰ ਕਿਤੇ ਮੈਂ ਲਿਖਦਾ ਨਾ ਕਿ ਮੈਂ ਆਪਦਾ ਨਾਂ ਲਿਖਦਾ, ਦੈਨ ਇਟਸ ਡਿਸਟਰਬਿੰਗ ਦਾ ਹੋਲ concept. For example, if I write here Sureel, it looks very odd, then it's not for me, then I am not doing justice to this idea and to this work. What I do is on the back side I write. Okay. I write the date and that's it. Back side. Yes, and basically it's not visible. Yes, and basically the other thought is I always feel ki existence want to do something, is doing something through me. ਸੋ ਇਹ ਕੁਦਰਤ ਦਾ ਕੰਮ ਹੋ ਰਿਹਾ, ਕੁਦਰਤ ਦੀ ਮਿਹਰਬਾਨੀ ਹੈ। ਸੋ ਆਮ ਟਰਾਈਂਗ ਟੂ ਕੀਪ ਮਾਈ ਸੈਲਫ ਆਊਟ ਆਫ ਇਟ। ਥੈਂਕ ਯੂ ਸੋ ਮਚ ਸਰ। ਇਹ ਜਿਹੜਾ ਆਰਟ ਦਾ ਵਿਸ਼ਾ ਹੈ ਨਾ, ਬਹੁਤ ਡੂੰਘਾ ਹੈ, ਸਮੁੰਦਰ ਦੀ ਤਰ੍ਹਾਂ। ਸਵਾਲ ਔਰ ਜਵਾਬ ਬਹੁਤ ਜ਼ਿਆਦਾ ਨੇ, ਅਤੇ ਜੇ ਆਪਾਂ ਹੋਰ ਗੱਲਾਂ ਕਰੀ ਜਾਈਏ ਤਾਂ ਹੋਰ ਡੂੰਘਾ ਹੁੰਦਾ ਜਾਏਗਾ। ਅਤੇ ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸਰ। ਆਈ ਹੋਪ ਕਿ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੇ ਇਹ ਇੰਟਰਵਿਊ ਇੰਜੋਏ ਕੀਤਾ ਹੋਣਾ, ਸੁਰੀਲ ਜੀ ਦੇ ਜਿਹੜੇ ਆਰਟ ਪੀਸਿਸ ਹੈ, ਮੋਜ਼ੈਕਸ ਹੈ, ਉਹਨੂੰ ਇੰਜੋਏ ਕੀਤਾ ਹੋਣਾ। ਔਰ ਇਹ ਇਨਕ੍ਰੈਡੀਬਲ ਜਿਹੜੇ ਆਰਟਿਸਟ ਨੇ, ਇਹ ਗਿੱਦੜਬਾਹਾ ਤੋਂ ਨੇ, ਔਰ ਅਸੀਂ ਉਹਨਾਂ ਦੀ ਵਰਕਸ਼ਾਪ 'ਤੇ ਸੀ। ਉਹਨਾਂ ਦੇ ਤੁਹਾਨੂੰ ਅਸੀਂ ਇਹਨਾਂ ਦੀ ਇਹ ਬੇਸ਼ਕੀਮਤੀ ਆਰਟ ਪੀਸਿਸ ਨੇ, ਇਹਨਾਂ ਦੀ ਕੋਈ ਕੀਮਤ ਨਹੀਂ, ਔਰ ਇਸੇ ਕਰਕੇ ਮੈਂ ਕੀਮਤ ਪੁੱਛੀ ਵੀ ਨਹੀਂ ਹੈ, ਕਿਉਂਕਿ ਫॉर ਮੀ ਅਜਿਹੇ ਆਰਟ ਪੀਸਿਸ ਜਿਹੜੇ ਨੇ ਉਹ ਬੇਸ਼ਕੀਮਤੀ ਹੁੰਦੇ ਨੇ। ਤੁਹਾਨੂੰ ਜੇ ਇੰਟਰਵਿਊ ਅੱਛਾ ਲੱਗਿਆ ਹੋਵੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ, ਕਮੈਂਟ ਜ਼ਰੂਰ ਕਰਿਓ ਅਤੇ ਇਸ ਨੂੰ ਲਾਈਕ ਵੀ ਜ਼ਰੂਰ ਕਰਿਓ। ਧੰਨਵਾਦ।